ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਇੱਕ ਵਾਰ ਫੇਰ ਤੋਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੋਸਟਾਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ। ਜੀ ਹਾਂ, ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਕਲੀਨਿਕਸ ਖੋਲ੍ਹੇ ਗਏ ਹਨ, ਜਿਨ੍ਹਾਂ ਨੂੰ ਮੁਹੱਲਾ ਕਲੀਨਿਕਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਤਾਂ ਉਹਨਾਂ ਦੀ ਰਿਕਰੂਟਮੈਂਟ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਤਾਂ ਅੱਜ ਆਪਾਂ ਉਸ ਨੋਟੀਫਿਕੇਸ਼ਨ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। The interested candidates who fulfill the eligibility conditions and other criteria mentioned below for the post of medical officer, pharmacist and clinic assistant may apply online on department's website www.nhm.punjab.gov.in on the prescribed proforma for empanelment। ਤਾਂ ਇਹਦੇ ਵਿੱਚ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਕੈਂਡੀਡੇਟਸ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਚਾਹੇ ਉਹ ਮੈਡੀਕਲ ਆਫਿਸਰ ਦੀ ਪੋਸਟ ਹੈ, ਚਾਹੇ ਫਾਰਮਾਸਿਸਟ ਦੀ ਪੋਸਟ ਹੈ, ਔਰ ਚਾਹੇ ਉਹ ਕਲੀਨਿਕ ਅਸਿਸਟੈਂਟ ਦੀ ਪੋਸਟ ਹੈ, ਤਾਂ ਉਹਨਾਂ ਨੇ ਆਨਲਾਈਨ ਮੈਥਡ ਦੇ ਰਾਹੀਂ ਹੀ ਜੋ ਸਾਨੂੰ ਵੈਬਸਾਈਟ ਪ੍ਰੋਵਾਈਡ ਕੀਤੀ ਗਈ ਹੈ www.nhm.punjab.gov.in ਤੇ ਅਪਲਾਈ ਕਰਨਾ ਹੈ। ਤਾਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ ਜੀ। ਸਟਾਰਟ ਆਫ ਆਨਲਾਈਨ ਐਪਲੀਕੇਸ਼ਨ ਫਾਰਮ ਔਨ ਵੈਬਸਾਈਟ www.nhm.punjab.gov.in। ਤਾਂ ਜੋ ਆਨਲਾਈਨ ਐਪਲੀਕੇਸ਼ਨ ਜੋ ਭਰਨ ਦੀ ਜੋ ਮਿਤੀ ਹੈ ਉਸ ਦੀ ਸ਼ੁਰੂਆਤੀ ਮਿਤੀ ਹੈ ਜੀ 27 ਫਰਵਰੀ 2023। ਲਾਸਟ ਡੇਟ ਆਫ ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਫਾਰਮ ਔਨ ਵੈਬਸਾਈਟ ਇਹ ਹੈ ਜੀ 10 ਮਾਰਚ 2023। ਤਾਂ 10 ਮਾਰਚ 2023 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਅਗਰ ਅਸੀਂ ਗੱਲ ਕਰੀਏ ਡੇਟ ਆਫ ਇੰਟਰਵਿਊ ਦੀ, ਤਾਂ ਇਹਨਾਂ ਪੋਸਟਾਂ ਲਈ ਜੋ ਇੰਟਰਵਿਊ ਕਿਹੜੀ-ਕਿਹੜੀਆਂ ਮਿਤੀਆਂ ਨੂੰ ਹੋਏਗੀ। ਅਗਰ ਅਸੀਂ ਗੱਲ ਕਰਦੇ ਹਾਂ ਮੈਡੀਕਲ ਆਫਿਸਰ ਦੀ, ਤਾਂ ਇਸ ਦੀ ਜੋ ਮਿਤੀ ਹੈ ਜੀ ਇੰਟਰਵਿਊ ਦੀ ਉਹ ਹੈ 14 ਮਾਰਚ 2023। ਫਾਰਮਾਸਿਸਟ ਦੀ ਅਗਰ ਪੋਸਟ ਦੀ ਗੱਲ ਕਰੀਏ ਤਾਂ ਉਸ ਦੀ ਜੋ ਮਿਤੀ ਹੈ ਇੰਟਰਵਿਊ ਦੀ 15 ਮਾਰਚ 2023। ਔਰ ਅਗਰ ਅਸੀਂ ਗੱਲ ਕਰਦੇ ਹਾਂ ਕਲੀਨਿਕ ਅਸਿਸਟੈਂਟ ਦੀ, ਤਾਂ ਇਸ ਦੀ ਜੋ ਇੰਟਰਵਿਊ ਦੀ ਮਿਤੀ ਹੈ ਉਹ ਰਹੇਗੀ ਜੀ 16 ਮਾਰਚ 2023। ਡੇਟ ਆਫ ਡਿਕਲੇਰੇਸ਼ਨ ਰਿਜ਼ਲਟ ਦੀ ਗੱਲ ਕਰੀਏ ਉਹ ਹੈ ਜੀ 20 ਮਾਰਚ 2023 ਨੂੰ ਜੋ ਇਹਨਾਂ ਪੋਸਟਾਂ ਦੇ ਲਈ ਜੋ ਨਤੀਜਾ ਉਹ ਘੋਸ਼ਿਤ ਕਰ ਦਿੱਤਾ ਜਾਏਗਾ। ਔਰ ਡੇਟ ਆਫ ਐਲੋਕੇਸ਼ਨ ਆਫ ਪਾਰਟਿਕੂਲਰ ਆਮ ਆਦਮੀ ਕਲੀਨਿਕ, ਔਰ ਜੋ ਆਮ ਆਦਮੀ ਕਲੀਨਿਕ ਦੇ ਵਿੱਚ ਜੋ ਤੁਹਾਨੂੰ ਐਲੋਕੇਟ ਕੀਤਾ ਜਾਏਗਾ ਉਹ ਹੈ ਜੀ 21 ਮਾਰਚ 2023। ਹੁਣ ਅਸੀਂ ਗੱਲ ਕਰਦੇ ਹਾਂ ਜੀ ਟੈਂਟੇਟਿਵ ਨੰਬਰ ਆਫ ਸਟੇਸ਼ਨਸ ਦੀ, ਕਿਹੜੇ-ਕਿਹੜੇ ਸਟੇਸ਼ਨ ਹਨ ਔਰ ਉਹਨਾਂ ਤੇ ਕਿਹੜੀਆਂ-ਕਿਹੜੀਆਂ ਪੋਸਟਾਂ ਹਨ। ਤਾਂ ਅਗਰ ਅਸੀਂ ਪਹਿਲੇ ਸਟੇਸ਼ਨ ਦੀ ਗੱਲ ਕਰੀਏ ਅੰਮ੍ਰਿਤਸਰ ਦੀ, ਤਾਂ ਇੱਥੇ ਜੋ ਨੰਬਰ ਆਫ ਸਟੇਸ਼ਨਸ ਹਨ 13, ਭਾਵ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁੱਲ 13 ਆਮ ਆਦਮੀ ਕਲੀਨਿਕ ਦੇ ਲਈ ਜੋ ਰਿਕਰੂਟਮੈਂਟ ਹੋਣੀ ਹੈ। ਜਲੰਧਰ ਦੇ ਵਿੱਚ 21 ਨੰਬਰ ਆਫ ਸਟੇਸ਼ਨਸ ਹਨ, ਲੁਧਿਆਣਾ ਦੇ ਵਿੱਚ 34 ਸਟੇਸ਼ਨਸ ਹਨ, ਪਟਿਆਲਾ ਦੇ ਵਿੱਚ ਟੋਟਲ 12 ਸਟੇਸ਼ਨਸ ਹਨ, ਔਰ ਫਗਵਾੜਾ ਦੇ ਵਿੱਚ, ਕਪੂਰਥਲਾ ਦੇ ਵਿੱਚ ਕੁੱਲ 3 ਸਟੇਸ਼ਨ ਹਨ। ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਜੋ ਕੁੱਲ ਸਟੇਸ਼ਨਸ ਹਨ ਉਹ ਹਨ ਜੀ 83। ਹੁਣ ਅਸੀਂ ਗੱਲ ਕਰਦੇ ਹਾਂ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ, ਕਿ ਇਹਨਾਂ ਪੋਸਟਾਂ ਦੇ ਲਈ ਜੋ ਬੇਸਿਕ ਐਲੀਜੀਬਿਲਟੀ ਹੈ ਉਹ ਕੀ ਹੈ। ਤਾਂ ਅਗਰ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਮੈਡੀਕਲ ਆਫਿਸਰ ਦੀ, ਤਾਂ ਟੋਟਲ ਪੋਸਟ ਹਨ 83 ਜੀ। ਕੁਆਲੀਫਿਕੇਸ਼ਨ ਦੀ ਗੱਲ ਕਰੀਏ MBBS ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਰਿਕੋਗਨਾਈਜ਼ਡ ਬਾਏ ਦ ਮੈਡੀਕਲ ਕੌਂਸਲ ਆਫ ਇੰਡੀਆ। MBBS ਦੀ ਡਿਗਰੀ ਹੋਣੀ ਚਾਹੀਦੀ ਹੈ ਜੀ, ਜੋ ਕਿ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਹੋਣੀ ਚਾਹੀਦੀ ਹੈ। ਉਹ ਸੰਸਥਾ ਹੈ ਮੈਡੀਕਲ ਕੌਂਸਲ ਆਫ ਇੰਡੀਆ ਤੋਂ ਰਿਕੋਗਨਾਈਜ਼ਡ ਹੋਣੀ ਚਾਹੀਦੀ ਹੈ। ਕੈਂਡੀਡੇਟ ਸ਼ੁੱਡ ਹੈਵ ਰਜਿਸਟਰਡ ਵਿਦ ਦ ਪੰਜਾਬ ਮੈਡੀਕਲ ਕੌਂਸਲ ਆਫ ਇੰਡੀਆ। ਔਰ ਜੋ ਕੈਂਡੀਡੇਟ ਹੈ ਉਹ ਪੰਜਾਬ ਮੈਡੀਕਲ ਕੌਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ ਜਾਂ ਫਿਰ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ। ਕੈਂਡੀਡੇਟ ਸ਼ੁੱਡ ਹੈਵ ਪਾਸ ਸਬਜੈਕਟ ਆਫ ਪੰਜਾਬੀ ਅਪ ਟੂ ਮੈਟ੍ਰਿਕ ਸਟੈਂਡਰਡ। ਕੈਂਡੀਡੇਟਸ ਨੇ 10ਵੀਂ ਪੱਧਰ ਤੱਕ ਦੀ ਜੋ ਪੰਜਾਬੀ ਹੈ ਉਹ ਲਾਜ਼ਮੀ ਤੌਰ ਤੇ ਪਾਸ ਕੀਤੀ ਹੋਣੀ ਚਾਹੀਦੀ ਹੈ। ਔਰ ਅਗਰ ਅਸੀਂ ਉਮਰ ਦੀ ਗੱਲ ਕਰੀਏ ਤਾਂ ਅਪ ਟੂ 64 ਈਅਰਸ, ਜੋ ਕੈਂਡੀਡੇਟ ਦੀ ਜੋ ਉਮਰ ਹੈ ਉਹ 64 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ ਜੋ ਪੋਸਟ ਹੈ ਜੀ ਫਾਰਮਾਸਿਸਟ ਦੀ, ਉਸ ਦੀਆਂ ਵੀ ਟੋਟਲ ਪੋਸਟਾਂ ਹਨ 83। ਇਸ ਦੀ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਡਿਪਲੋਮਾ ਇਨ ਫਾਰਮੇਸੀ ਫਰੋਮ ਰਿਕੋਗਨਾਈਜ਼ਡ ਇੰਸਟੀਚਿਊਟ। ਕੈਂਡੀਡੇਟ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਦੇ ਵਿੱਚੋਂ ਫਾਰਮੇਸੀ ਦੇ ਵਿੱਚ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ। ਸ਼ੁੱਡ ਬੀ ਰਜਿਸਟਰਡ ਐਜ਼ ਫਾਰਮਾਸਿਸਟ ਵਿਦ ਦ ਪੰਜਾਬ ਫਾਰਮੇਸੀ ਕੌਂਸਲ। ਪੰਜਾਬ ਫਾਰਮੇਸੀ ਕੌਂਸਲ ਦੇ ਨਾਲ ਜੋ ਕੈਂਡੀਡੇਟ ਹੈ ਉਹ ਰਜਿਸਟਰਡ ਹੋਣਾ ਚਾਹੀਦਾ ਹੈ। ਕੈਂਡੀਡੇਟ ਸ਼ੁੱਡ ਹੈਵ ਪਾਸ ਸਬਜੈਕਟ ਆਫ ਪੰਜਾਬੀ ਅਪ ਟੂ ਮੈਟ੍ਰਿਕ ਸਟੈਂਡਰਡ। ਕੈਂਡੀਡੇਟ ਨੇ ਲਾਜ਼ਮੀ ਤੌਰ ਤੇ 10ਵੀਂ ਪੱਧਰ ਦੀ ਜੋ ਪੰਜਾਬੀ ਹੈ ਉਹ ਪਾਸ ਕੀਤੀ ਹੋਣੀ ਚਾਹੀਦੀ ਹੈ।
ਡਿਜ਼ਾਇਰੇਬਲ, ਇਸ ਦੇ ਲਈ ਹੋਰ ਕੀ ਚੀਜ਼ਾਂ ਡਿਜ਼ਾਇਰੇਬਲ ਹਨ? ਡਿਗਰੀ ਇਨ ਫਾਰਮੇਸੀ ਫਰੋਮ ਰਿਕਗਨਾਈਜ਼ਡ ਇੰਸਟੀਚਿਊਟ ਯੂਨੀਵਰਸਿਟੀ, ਅਗਰ ਕੈਂਡੀਡੇਟ ਨੇ ਕੋਈ ਡਿਗਰੀ ਕਰ ਰੱਖੀ ਹੈ ਫਾਰਮੇਸੀ ਦੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਦੇ ਵਿੱਚੋਂ ਜਾਂ ਯੂਨੀਵਰਸਿਟੀ ਦੇ ਵਿੱਚੋਂ, ਤਾਂ ਇਸ ਦੀ ਡਿਜ਼ਾਇਰੇਬਲ ਹੈ, ਇੱਛਾ ਕੀਤੀ ਗਈ ਹੈ। ਐਕਸਪੀਰੀਅੰਸ ਇਨ ਡਿਸਪੈਂਸਿੰਗ ਐਂਡ ਔਰ ਸਟੋਰੇਜ ਐਂਡ ਡਿਸਪਰਸਿੰਗ ਆਫ ਡਰੱਗਸ ਇਨ ਏ ਰੈਪਟਡ ਗਵਰਨਮੈਂਟ ਹਸਪੀਟਲ ਔਰ ਇੰਸਟੀਟਿਊਸ਼ਨ ਇਨ ਏ ਗਵਰਨਮੈਂਟ ਡਰੱਗ ਸਟੋਰ। ਤਾਂ ਇਸ ਦੇ ਵਿੱਚ ਇਹੀ ਕਿਹਾ ਗਿਆ ਕਿ ਉਹਨਾਂ ਕੈਂਡੀਡੇਟਸ ਨੂੰ ਪ੍ਰੈਫਰ ਕੀਤਾ ਜਾਏਗਾ ਜਿਨ੍ਹਾਂ ਨੂੰ ਇਸ ਖੇਤਰ ਦੇ ਵਿੱਚ ਕੋਈ ਨਾ ਕੋਈ ਤਜਰਬਾ ਹੈ ਕਿਸੇ ਮਾਨਤਾ ਪ੍ਰਾਪਤ ਔਰ ਸਰਕਾਰੀ ਹਸਪਤਾਲ ਦੇ ਵਿੱਚ। ਏਜ ਦੀ ਗੱਲ ਕਰੀਏ ਤਾਂ ਅਪ ਟੂ 37 ਈਅਰ, 37 ਸਾਲ ਤੱਕ ਦੀ ਜੋ ਉਮਰ ਹੈ ਇਸ ਦੇ ਲਈ ਜੋ ਲਾਜ਼ਮੀ ਤੌਰ ਤੇ ਮੰਗੀ ਗਈ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਕਲੀਨਿਕ ਅਸਿਸਟੈਂਟ ਦੀ। ਤਾਂ ਇਸ ਦੀਆਂ ਵੀ ਜੋ ਟੋਟਲ ਪੋਸਟਾਂ ਹਨ ਉਹ ਹਨ 83 ਪੋਸਟਾਂ ਹਨ। ਅਗਰ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਸ਼ੁੱਡ ਹੈ ਪਾਸ ਦਾ ਮੈਟ੍ਰਿਕੂਲੇਸ਼ਨ ਐਗਜ਼ਾਮੀਨੇਸ਼ਨ, 10ਵੀਂ ਪੱਧਰ ਦੀ ਜੋ ਪ੍ਰੀਖਿਆ ਪਾਸ ਕੀਤੀ ਹੋਵੇ, +2 ਐਗਜ਼ਾਮੀਨੇਸ਼ਨ ਵਿਦ ਸਾਇੰਸ ਜਾਂ ਫਿਰ +2 ਪੱਧਰ ਦੀ ਜੋ ਪ੍ਰੀਖਿਆ ਉਹ ਸਾਇੰਸ ਦੇ ਨਾਲ ਪਾਸ ਕੀਤੀ ਹੋਵੇ, ਔਰ ਇਟਸ ਇਕੁਇਵਲੈਂਟ ਫਰੋਮ ਏ ਰਿਕਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ, ਜਾਂ ਇਸ ਦੇ ਬਰਾਬਰ ਦੇ ਪੱਧਰ ਦੀ ਜੋ ਯੋਗਤਾ ਹੈ ਉਹ ਕਿਸੇ ਯੂਨੀਵਰਸਿਟੀ ਜਾਂ ਸੰਸਥਾ ਤੋਂ ਪ੍ਰਾਪਤ ਕੀਤੀ ਹੋਣੀ ਲਾਜ਼ਮੀ ਹੈ। ਸ਼ੁੱਡ ਪੋਜੈਸ ਡਿਪਲੋਮਾ ਇਨ ਮਲਟੀਪਰਪਜ਼ ਹੈਲਥ ਵਰਕਰ, ਜੋ ਕੈਂਡੀਡੇਟ ਹੈ ਉਸਨੇ ਮਲਟੀਪਰਪਜ਼ ਹੈਲਥ ਵਰਕਰ ਦੇ ਵਿੱਚ ਡਿਪਲੋਮਾ ਕੀਤਾ ਹੋਵੇ, ਜਾਂ ਫਿਰ AN ਫਰੋਮ ਏ ਰਿਕਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ, ਜਾਂ ਫਿਰ ਜੋ ANM ਦਾ ਜੋ ਡਿਪਲੋਮਾ ਹੈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਪਾਸ ਕੀਤਾ ਹੋਣਾ ਜ਼ਰੂਰੀ ਹੈ। ਸ਼ੁੱਡ ਬੀ ਰਜਿਸਟਰਡ ਐਜ਼ ਮਲਟੀਪਰਪਜ਼ ਹੈਲਥ ਵਰਕਰ ANM ਵਿਦ ਦਾ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ, ਔਰ ਜੋ ਕੈਂਡੀਡੇਟ ਹੈ ਉਹ ਪੰਜਾਬ ਨਰਸਿੰਗ ਜੋ ਰਜਿਸਟ੍ਰੇਸ਼ਨ ਕੌਂਸਲ ਹੈ ਉਸ ਦੇ ਵਿੱਚ ਰਜਿਸਟਰਡ ਹੋਣਾ ਜ਼ਰੂਰੀ ਹੈ। ਕੈਂਡੀਡੇਟ ਸ਼ੁੱਡ ਹੈ ਪਾਸ ਸਬਜੈਕਟ ਆਫ ਪੰਜਾਬੀ ਅਪ ਟੂ ਮੈਟ੍ਰਿਕ ਸਟੈਂਡਰਡ, ਔਰ ਜੋ ਕੈਂਡੀਡੇਟ ਹੈ ਉਸਨੇ 10ਵੀਂ ਪੱਧਰ ਦੀ ਜੋ ਪੰਜਾਬੀ ਦੀ ਜੋ ਪ੍ਰੀਖਿਆ ਉਹ ਲਾਜ਼ਮੀ ਤੌਰ ਤੇ ਪਾਸ ਕੀਤੀ ਹੋਣੀ ਜ਼ਰੂਰੀ ਹੈ। ਔਰ ਅਗਰ ਅਸੀਂ ਗੱਲ ਕਰਦੇ ਹਾਂ ਕਿ ਏਜ ਦੀ ਕਿ ਕਿੰਨੀ ਉਮਰ ਇਸ ਦੇ ਲਈ ਚਾਹੀਦੀ ਹੈ, ਤਾਂ ਉਹ ਹੈ ਜੀ ਅਪ ਟੂ 37 ਈਅਰਸ। ਜੋ ਕੈਂਡੀਡੇਟ ਦੀ ਉਮਰ ਹੈ ਉਹ 37 ਸਾਲ ਤੱਕ ਦੀ ਹੋ ਸਕਦੀ ਹੈ। ਏਜ ਲਿਮਟ, ਹੁਣ ਜੋ ਇਹ ਏਜ ਹੈ ਜੋ ਉਮਰ ਹੈ ਉਹ ਕਿਸ ਤਰੀਕ ਤੱਕ ਮਿੱਥੀ ਜਾਣੀ ਹੈ, ਤਾਂ ਉਹ ਹੈ ਜੀ 1 ਜਨਵਰੀ 2023 ਤੱਕ ਨੂੰ ਜੋ ਤੁਹਾਡੀ ਇਹ ਉਮਰ ਹੈ ਉਹ ਮੰਨੀ ਜਾਣੀ ਹੈ। ਨੈਕਸਟ ਇੱਕ ਆਪਣੇ ਲਈ ਵਿਸ਼ੇਸ਼ ਨੋਟ ਹੈ ਜੀ, ਸਿੰਸ ਦਾ ਆਮ ਆਦਮੀ ਕਲੀਨਿਕਸ ਆਰ IT ਇਨੇਬਲਡ, ਕਿਉਂਕਿ ਜਿਹੜੇ ਸਾਰੇ ਹੀ ਆਮ ਆਦਮੀ ਜੋ ਕਲੀਨਿਕਸ ਹਨ ਇਹਨਾਂ ਦੇ ਵਿੱਚ IT ਇਨੇਬਲਡ ਹਨ, ਭਾਵ ਕਿ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਯੂਜ਼ ਕੀਤਾ ਗਿਆ ਹੈ। ਟੈਬਲੇਟਸ ਵਿਲ ਬੀ ਇਸ਼ੂ ਟੂ ਦਾ ਇੰਪੈਨਲਡ ਮੈਡੀਕਲ ਆਫੀਸਰ, ਤਾਂ ਜੋ ਟੈਬਲੇਟਸ ਨੇ ਭਾਵ ਕਿ ਜੋ ਇੱਕ ਤਰ੍ਹਾਂ ਦੇ ਕੰਪਿਊਟਰ ਹਨ ਉਹ ਸਟਾਫ ਨੂੰ ਦਿੱਤੇ ਜਾਣੇ ਹਨ, ਚਾਹੇ ਤਾਂ ਉਹ ਮੈਡੀਕਲ ਆਫੀਸਰਸ ਹਨ, ਫਾਰਮਾਸਿਸਟ ਹਨ, ਔਰ ਚਾਹੇ ਉਹ ਕਲੀਨਿਕਲ ਅਸਿਸਟੈਂਟ ਹਨ, ਫॉर ਆਨਲਾਈਨ ਪੇਸ਼ੈਂਟ ਰਜਿਸਟ੍ਰੇਸ਼ਨ, ਪ੍ਰੈਸਕ੍ਰਿਪਸ਼ਨ ਐਂਡ ਡਰੱਗ ਡਿਸਪੈਂਸੇਸ਼ਨ, ਚਾਹੇ ਤਾਂ ਤੁਸੀਂ ਜੋ ਤੁਹਾਡੇ ਕੋਲ ਮਰੀਜ਼ ਹੁੰਦਾ ਹੈ ਉਸ ਦੀ ਰਜਿਸਟ੍ਰੇਸ਼ਨ ਕਰਨੀ ਹੈ, ਚਾਹੇ ਉਸ ਨੂੰ ਕਿਸੇ ਕਿਸਮ ਦੀ ਕੋਈ ਦਵਾਈ ਲਿਖ ਕੇ ਦੇਣੀ ਹੈ, ਜਾਂ ਉਸ ਨੂੰ ਦਵਾਈ ਤੁਸੀਂ ਜਾਰੀ ਕਰਨੀ ਹੈ, ਇਸ਼ੂ ਕਰਨੀ ਹੈ, ਤਾਂ ਤੁਹਾਨੂੰ ਜੋ ਇਹ ਸਾਰਾ ਇਹ ਕੰਮ ਆਨਲਾਈਨ ਕਰਨਾ ਪਵੇਗਾ, ਔਰ ਇਸ ਦੇ ਲਈ ਤੁਹਾਨੂੰ ਇੱਕ ਸੈਲਫ ਡੈਕਲੇਰੇਸ਼ਨ ਦੇਣਾ ਪਵੇਗਾ ਵਿਦ ਰਿਸਪੈਕਟ ਟੂ ਨੌਲੇਜ, ਕਿ ਤੁਹਾਨੂੰ ਗਿਆਨ ਹੈ ਯੂਜ਼ੇਜ ਐਂਡ ਅਡੋਪਸ਼ਨ ਆਫ IT ਸਿਸਟਮ, ਤੁਸੀਂ ਜੋ IT ਸਿਸਟਮ ਨੂੰ ਵਰਤ ਸਕਦੇ ਹੋ ਫॉर ਆਲ ਦਾ 3 ਕੈਟੇਗਰੀਜ਼ ਟੂ ਬੀ ਇੰਪੈਨਲਡ, ਇਹਨਾਂ ਤਿੰਨੋਂ ਕੈਟੇਗਰੀ ਦੀਆਂ ਪੋਸਟਾਂ ਦੇ ਲਈ, ਚਾਹੇ ਉਹ ਮੈਡੀਕਲ ਆਫੀਸਰ ਦੀ ਪੋਸਟ ਹੈ, ਚਾਹੇ ਫਾਰਮਾਸਿਸਟ ਦੀ ਪੋਸਟ ਹੈ, ਚਾਹੇ ਕਲੀਨਿਕਲ ਅਸਿਸਟੈਂਟ ਦੀ ਪੋਸਟ ਹੈ, ਭਾਵ ਕਿ ਇਹਨਾਂ ਤਿੰਨਾਂ ਪੋਸਟਾਂ ਦੇ ਲਈ ਜੋ ਕੈਂਡੀਡੇਟਸ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੱਕ ਐਫੀਡੈਵਿਟ ਦੇਣਾ ਪਏਗਾ ਕਿ ਉਹ IT ਜੋ ਹੈ ਕੰਪਿਊਟਰ ਹੈ ਉਸ ਤੋਂ ਜਾਣੂ ਹਨ। In case a candidate refuse the self declaration, the application will be summarily rejected, ਅਗਰ ਕੋਈ ਕੈਂਡੀਡੇਟ ਮਨਾ ਕਰਦਾ ਹੈ ਕਿ ਉਹ ਇਸ ਤਰ੍ਹਾਂ ਦਾ ਜੋ ਐਫੀਡੈਵਿਟ ਨਹੀਂ ਦੇਗਾ ਤਾਂ ਜੋ ਉਸਦੀ ਪਾਤਰਤਾ ਉਸ ਨੂੰ ਰੱਦ ਕਰ ਦਿੱਤਾ ਜਾਏਗਾ। The candidates must ensure to bring their original and one self-attested photocopy of documents as mentioned below along with the printout of online application form at the time of interview, ਤਾਂ ਇਸ ਦੇ ਵਿੱਚ ਸਾਨੂੰ ਸਪਸ਼ਟ ਕਿਹਾ ਹੈ ਕਿ ਕੈਂਡੀਡੇਟ ਨੂੰ ਆਪਣੇ ਅਸਲ ਸਰਟੀਫਿਕੇਟਾਂ ਦੇ ਨਾਲ ਇੱਕ ਜੋ ਕਾਪੀ ਹੈ ਉਹ ਸੈਲਫ ਅਟੈਸਟਡ ਜੋ ਉਸਦੇ ਸਰਟੀਫਿਕੇਟਸ ਹਨ ਉਹਨਾਂ ਦੀ ਲਿਆਉਣੀ ਪਵੇਗੀ, ਔਰ ਨਾਲ ਉਸ ਨੂੰ ਲੈ ਕੇ ਆਉਣਾ ਪਵੇਗਾ ਆਪਣਾ ਆਨਲਾਈਨ ਐਪਲੀਕੇਸ਼ਨ ਫਾਰਮ। ਤਾਂ ਕਿਹੜੇ ਡਾਕੂਮੈਂਟਸ ਹਨ ਜੋ ਅਸੀਂ ਇੰਟਰਵਿਊ ਦੇ ਦੌਰਾਨ ਲੈ ਕੇ ਜਾਣੇ ਹਨ, ਤਾਂ ਜੋ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮੈਡੀਕਲ ਆਫੀਸਰ ਦੇ ਲਈ, ਤਾਂ ਮੈਡੀਕਲ ਆਫੀਸਰਸ ਨੂੰ ਕਿਹੜੇ ਡਾਕੂਮੈਂਟਸ ਲੈ ਕੇ ਜਾਣੇ ਪੈਣਗੇ, ਤਾਂ ਉਸ ਦੇ ਵਿੱਚ ਹੈ ਜੀ ਡੇਟ ਆਫ ਬਰਥ ਸਰਟੀਫਿਕੇਟ, ਤੁਹਾਡਾ ਜੋ ਜਨਮ ਮਿਤੀ ਸਰਟੀਫਿਕੇਟ ਹੈ, ਆਪਣੀ MBBS ਦੀ ਡਿਗਰੀ ਦਾ ਸਰਟੀਫਿਕੇਟ, ਫੋਰਨ ਮੈਡੀਕਲ ਗ੍ਰੈਜੂਏਟ ਐਗਜ਼ਾਮੀਨੇਸ਼ਨ ਪਾਸ ਸਰਟੀਫਿਕੇਟ ਇਨ ਕੇਸ ਆਫ ਫੋਰਨ ਮੈਡੀਕਲ ਗ੍ਰੈਜੂਏਟ, ਅਗਰ ਕਿਸੇ ਫੋਰਨ ਕੰਟਰੀ ਦੇ ਵਿੱਚੋਂ ਮੈਡੀਕਲ ਸਰਟੀਫਿਕੇਟ
ਜਾਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਸ ਦਾ ਸਰਟੀਫਿਕੇਟ ਤੁਹਾਨੂੰ ਲੈ ਕੇ ਜਾਣਾ ਪਏਗਾ। ਪੋਸਟ ਗ੍ਰੈਜੂਏਟ ਡਿਗਰੀ DNB ਪੋਸਟ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਐਜ਼ ਦਾ ਕੇਸ ਮੇ ਵੀ, ਅਗਰ ਤੁਸੀਂ ਕੋਈ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੈ ਤਾਂ ਉਸ ਦਾ ਤੁਹਾਨੂੰ ਸਰਟੀਫਿਕੇਟ ਲੈ ਕੇ ਜਾਣਾ ਪਏਗਾ। ਐਕਸਪੀਰੀਅੰਸ ਸਰਟੀਫਿਕੇਟ, ਅਗਰ ਤੁਹਾਡੇ ਕੋਲ ਕੋਈ ਤਜਰਬਾ ਹੈ ਤਾਂ ਉਹ ਸਰਟੀਫਿਕੇਟ ਤੁਸੀਂ ਲੈ ਕੇ ਜਾਣਾ ਹੈ। ਰਜਿਸਟ੍ਰੇਸ਼ਨ ਸਰਟੀਫਿਕੇਟ ਵਿਦ ਪੰਜਾਬ ਮੈਡੀਕਲ ਕੌਂਸਲ ਆਫ ਇੰਡੀਆ, ਤੁਹਾਡਾ ਜੋ ਰਜਿਸਟ੍ਰੇਸ਼ਨ ਸਰਟੀਫਿਕੇਟ ਹੈ ਚਾਹੇ ਤਾਂ ਉਹ ਪੰਜਾਬ ਮੈਡੀਕਲ ਕੌਂਸਲ ਦੇ ਨਾਲ ਹੈ ਜਾਂ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਾਲ ਹੈ, ਉਸ ਨੂੰ ਨਾਲ ਲੈ ਕੇ ਜਾਣਾ ਹੈ। ਸਰਟੀਫਿਕੇਟ ਇਨ ਸਬਜੈਕਟ ਆਫ ਪੰਜਾਬੀ ਅਪ ਟੂ ਮੈਟ੍ਰਿਕ ਸਟੈਂਡਰਡ ਔਰ ਇਕੁਇਵਲੈਂਟ, ਤੁਸੀਂ ਮੈਟ੍ਰਿਕ ਪੱਧਰ ਦੀ ਪੰਜਾਬੀ ਪਾਸ ਕੀਤੀ ਹੈ ਉਸ ਦਾ ਜੋ ਪ੍ਰੂਫ ਵਜੋਂ ਸਰਟੀਫਿਕੇਟ ਲੈ ਕੇ ਜਾਣਾ ਹੈ। ਪਾਸਪੋਰਟ ਸਾਈਜ਼ ਸਾਈਨਡ ਫੋਟੋਗ੍ਰਾਫ, ਇੱਕ ਤੁਸੀਂ ਆਪਣੀ ਪਾਸਪੋਰਟ ਸਾਈਜ਼ ਦੀ ਜਿਸ ਤੁਸੀਂ ਖੁਦ ਸਾਈਨ ਕੀਤੇ ਹੋਣ ਉਹ ਫੋਟੋਗ੍ਰਾਫ ਤੁਸੀਂ ਲੈ ਕੇ ਜਾਣੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਫਾਰਮਾਸਿਸਟ ਦੇ ਲਈ। ਫਾਰਮਾਸਿਸਟ ਦੇ ਲਈ ਕਿਹੜੇ ਡਾਕੂਮੈਂਟਸ ਹੈ ਤੁਸੀਂ ਇੰਟਰਵਿਊ ਦੇ ਦੌਰਾਨ ਲੈ ਕੇ ਜਾਣੇ ਹਨ। ਇੱਕ ਤਾਂ ਹੈ ਜੀ ਡੇਟ ਆਫ ਬਰਥ ਸਰਟੀਫਿਕੇਟ, ਤੁਸੀਂ ਆਪਣਾ ਜਨਮ ਮਿਤੀ ਸਰਟੀਫਿਕੇਟ ਲੈ ਕੇ ਜਾਣਾ ਹੈ। ਬੀ ਫਾਰਮੇਸੀ ਡਿਗਰੀ ਡਿਪਲੋਮਾ ਇਨ ਫਾਰਮੇਸੀ, ਅਗਰ ਤੁਸੀਂ ਬੀ ਫਾਰਮੇਸੀ ਦੀ ਡਿਗਰੀ ਕੀਤੀ ਹੋਈ ਹੈ ਜਾਂ ਡਿਪਲੋਮਾ ਕੀਤਾ ਹੋਇਆ ਫਾਰਮੇਸੀ ਦੇ ਵਿੱਚ, ਇਸ ਦਾ ਸਰਟੀਫਿਕੇਟ ਲੈ ਕੇ ਜਾਣਾ ਹੈ। ਪੋਸਟ ਗ੍ਰੈਜੂਏਟ ਡਿਗਰੀ ਪੋਸਟ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਐਜ਼ ਦਾ ਕੇਸ ਮੇ ਵੀ, ਅਗਰ ਤੁਸੀਂ ਕੋਈ ਪੋਸਟ ਗ੍ਰੈਜੂਏਟ ਡਿਗਰੀ ਜਾਂ ਡਿਪਲੋਮਾ ਕੀਤਾ ਹੈ ਉਸ ਦਾ ਸਰਟੀਫਿਕੇਟ ਲੈ ਕੇ ਜਾਣਾ ਹੈ। ਐਕਸਪੀਰੀਅੰਸ ਸਰਟੀਫਿਕੇਟ, ਅਗਰ ਤੁਹਾਨੂੰ ਕਿਸੇ ਕਿਸਮ ਦਾ ਕੋਈ ਤਜਰਬਾ ਹੈ ਇਸ ਖੇਤਰ ਦੇ ਵਿੱਚ ਤਾਂ ਉਹ ਤਜਰਬਾ ਸਰਟੀਫਿਕੇਟ ਲੈ ਕੇ ਜਾਣਾ ਹੈ। ਰਜਿਸਟ੍ਰੇਸ਼ਨ ਸਰਟੀਫਿਕੇਟ ਵਿਦ ਪੰਜਾਬ ਫਾਰਮਾਸਿਊਟੀਕਲ ਕੌਂਸਲ, ਅਗਰ ਤੁਸੀਂ ਪੰਜਾਬ ਫਾਰਮੇਸੀ ਕੌਂਸਲ ਦੇ ਨਾਲ ਰਜਿਸਟਰਡ ਹੋ ਤਾਂ ਤੁਸੀਂ ਆਪਣੀ ਉਸ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਵੀ ਨਾਲ ਲੈ ਕੇ ਜਾਣਾ ਹੈ। ਨੈਕਸਟ ਹੈ ਜੀ ਸਰਟੀਫਿਕੇਟ ਇਨ ਸਬਜੈਕਟ ਆਫ ਪੰਜਾਬੀ ਅਪ ਟੂ ਮੈਟ੍ਰਿਕ ਸਟੈਂਡਰਡ ਔਰ ਇਕੁਇਵਲੈਂਟ, ਅਗਰ ਤੁਸੀਂ ਮੈਟ੍ਰਿਕ ਪੱਧਰ ਦੀ ਪੰਜਾਬੀ ਪਾਸ ਕੀਤੀ ਹੋਈ ਹੈ ਤਾਂ ਉਸ ਦਾ ਸਰਟੀਫਿਕੇਟ ਵੀ ਤੁਸੀਂ ਸਬੂਤ ਵਜੋਂ ਲੈ ਕੇ ਜਾਣਾ ਹੈ। ਪਾਸਪੋਰਟ ਸਾਈਜ਼ ਸਾਈਨਡ ਫੋਟੋਗ੍ਰਾਫ, ਇੱਕ ਤੁਸੀਂ ਆਪਣੀ ਪਾਸਪੋਰਟ ਸਾਈਜ਼ ਦੀ ਜਿਸ ਦੇ ਉੱਤੇ ਤੁਸੀਂ ਖੁਦ ਸਾਈਨ ਕੀਤੇ ਹੋਣਗੇ ਉਸ ਜੋ ਫੋਟੋਗ੍ਰਾਫ ਹੈ ਉਹ ਵੀ ਲੈ ਕੇ ਜਾਣਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਕਲੀਨਿਕ ਅਸਿਸਟੈਂਟ ਦੀ, ਤਾਂ ਉਹਨਾਂ ਨੇ ਕਿਹੜੇ ਜੋ ਸਰਟੀਫਿਕੇਟਸ ਹਨ ਆਪਣੀ ਜੋ ਇੰਟਰਵਿਊ ਦੇ ਦੌਰਾਨ ਲੈ ਕੇ ਜਾਣੇ ਹਨ। ਫਸਟ ਹੈ ਜੀ ਡੇਟ ਆਫ ਬਰਥ ਸਰਟੀਫਿਕੇਟ, ਆਪਣਾ ਜੋ ਜਨਮ ਮਿਤੀ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣਾ ਹੈ। ਮੈਟ੍ਰਿਕੂਲੇਸ਼ਨ +2 ਪਾਸਿੰਗ ਸਰਟੀਫਿਕੇਟ, ਅਗਰ ਤੁਸੀਂ ਮੈਟ੍ਰਿਕ ਕੀਤੀ ਹੋਈ ਹੈ ਜਾਂ +2 ਕੀਤੀ ਹੈ ਤਾਂ ਉਸ ਦਾ ਪਾਸ ਦਾ ਸਰਟੀਫਿਕੇਟ ਲੈ ਕੇ ਜਾਣਾ ਹੈ। ਮਲਟੀਪਰਪਜ਼ ਹੈਲਥ ਵਰਕਰ ਫੀਮੇਲਸ ਦੇ ਲਈ ANM ਡਿਪਲੋਮਾ ਸਰਟੀਫਿਕੇਟ, ਅਗਰ ਤੁਸੀਂ ਮਲਟੀਪਰਪਜ਼ ਹੈਲਥ ਵਰਕਰ ਦਾ ਤੁਸੀਂ ਪਾਸ ਕੀਤਾ ਹੈ ਡਿਪਲੋਮਾ ਜਾਂ ਕੋਰਸ ਕਰ ਰੱਖਿਆ ਹੈ ਔਰ ਜਾਂ ਫਿਰ ANM ਦਾ ਡਿਪਲੋਮਾ ਕੀਤਾ ਹੈ ਤਾਂ ਉਸ ਦਾ ਸਰਟੀਫਿਕੇਟ ਨਾਲ ਲੈ ਕੇ ਜਾਣਾ ਹੈ। ਐਕਸਪੀਰੀਅੰਸ ਸਰਟੀਫਿਕੇਟ, ਅਗਰ ਤੁਹਾਨੂੰ ਇਸ ਫੀਲਡ ਦੇ ਕਿਸੇ ਕਿਸਮ ਦਾ ਕੋਈ ਤਜਰਬਾ ਹੈ ਤਾਂ ਉਹ ਸਰਟੀਫਿਕੇਟ ਨਾਲ ਤੁਸੀਂ ਨਾਲ ਲੈ ਕੇ ਜਾਣਾ ਹੈ। ਰਜਿਸਟ੍ਰੇਸ਼ਨ ਸਰਟੀਫਿਕੇਟ ਵਿਦ ਪੰਜਾਬ ਨਰਸਿੰਗ ਕੌਂਸਲ, ਅਗਰ ਤੁਸੀਂ ਪੰਜਾਬ ਨਰਸਿੰਗ ਕੌਂਸਲ ਤੋਂ ਰਜਿਸਟਰਡ ਹੋ ਤਾਂ ਉਸ ਦਾ ਵੀ ਤੁਸੀਂ ਪ੍ਰੂਫ ਲੈ ਕੇ ਜਾਣਾ ਹੈ। ਸਰਟੀਫਿਕੇਟ ਇਨ ਸਬਜੈਕਟ ਆਫ ਪੰਜਾਬੀ ਅਪ ਟੂ ਮੈਟ੍ਰਿਕ ਸਟੈਂਡਰਡ ਔਰ ਇਕੁਇਵਲੈਂਟ, ਅਗਰ ਤੁਸੀਂ ਮੈਟ੍ਰਿਕ ਪੱਧਰ ਦੀ ਜੋ ਪੰਜਾਬੀ ਪਾਸ ਕੀਤੀ ਹੈ ਤਾਂ ਉਸ ਦੇ ਸਬੂਤ ਵਜੋਂ ਸਰਟੀਫਿਕੇਟ ਨੂੰ ਨਾਲ ਲੈ ਕੇ ਜਾਣਾ ਹੈ। ਔਰ ਇੱਕ ਤੁਸੀਂ ਆਪਣੀ ਪਾਸਪੋਰਟ ਸਾਈਜ਼ ਦੀ ਜੋ ਸਾਈਨਡ ਫੋਟੋਗ੍ਰਾਫ ਹੈ ਉਸ ਨੂੰ ਤੁਸੀਂ ਨਾਲ ਲੈ ਕੇ ਜਾਣਾ ਹੈ। ਤਾਂ ਨੈਕਸਟ ਅਸੀਂ ਜੋ ਮੇਨ ਪੁਆਇੰਟਸ ਹਨ ਉਹਨਾਂ ਦੀ ਗੱਲ ਕਰਦੇ ਹਾਂ ਜੀ। ਦਾ ਐਪਲੀਕੇਸ਼ਨਸ ਕੈਨ ਵੀ ਸਬਮਿਟਡ ਥਰੂ ਆਨਲਾਈਨ ਮੋਡ ਓਨਲੀ, ਕਿ ਤੁਸੀਂ ਇਹਨਾਂ ਪੋਸਟਾਂ ਦੇ ਲਈ ਜੋ ਐਪਲੀਕੇਸ਼ਨਸ ਦੇਣੀਆਂ ਹਨ ਉਹ ਸਿਰਫ ਆਨਲਾਈਨ ਤਰੀਕੇ ਨਾਲ ਹੀ ਦੇਣੀਆਂ ਹਨ। ਫਰਦਰ ਨੋ ਨੋਟਿਸ ਫॉर ਇੰਟਰਵਿਊ ਵੁੱਡ ਬੀ ਇਸ਼ੂਡ ਸੈਪਰੇਟਲੀ ਟੂ ਦਾ ਕੈਂਡੀਡੇਟਸ, ਇਸ ਤੋਂ ਬਾਅਦ ਕੈਂਡੀਡੇਟਸ ਨੂੰ ਇੰਟਰਵਿਊ ਦੇ ਲਈ ਕੋਈ ਅਲੱਗ ਤੋਂ ਜੋ ਪੱਤਰ ਹੈ ਨਹੀਂ ਜਾਰੀ ਕੀਤਾ ਜਾਏਗਾ। No other means mode of application will be accepted by the department, ਆਨਲਾਈਨ ਤਰੀਕੇ ਤੋਂ ਬਿਨਾ ਐਪਲੀਕੇਸ਼ਨ ਦੇਣ ਦਾ ਜੋ ਕੋਈ ਵੀ ਹੋਰ ਜੋ ਤੌਰ ਤਰੀਕਾ ਹੈ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ। ਭਾਰਤੀ ਕੈਂਡੀਡੇਟਸ ਨੂੰ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਨੇ ਇਹਨਾਂ ਪੋਸਟਾਂ ਦੇ ਲਈ ਸਿਰਫ ਤੇ ਸਿਰਫ ਆਨਲਾਈਨ ਮੈਥਡ ਦੇ ਰਾਹੀਂ ਹੀ ਅਪਲਾਈ ਕਰਨਾ ਹੈ। The candidate can be declared ineligible due to wrong entries of his credentials in the form, अगर कोई कैंडिडेट अपने गलत जो क्रीडेंशियल्स भरता है, अपने बारे गलत जानकारी भरता है तो उसकी जो एंट्री है उसमें रिजेक्ट कर दिया जाएगा। It is advised that all entries are cross checked by the candidates themselves before finally submitting the form, कैंडिडेट्स ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖੁਦ ਆਪਣੇ ਫਾਰਮ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣ ਜੋ ਫਾਰਮ ਨੂੰ ਫਾਈਨਲ ਸਬਮਿਟ ਕਰਨ ਤੋਂ ਪਹਿਲਾਂ। Office will not be responsible for non-receipt of online application of the candidates due to any reason whatsoever, अगर किसी भी कारण करके किसी भी व्यक्ति ਦੀ ਜੋ ਆਨਲਾਈਨ ਐਪਲੀਕੇਸ਼ਨ ਹੈ ਉਹਨਾਂ ਕੋਲ ਦਫ਼ਤਰ ਵਿੱਚ ਨਹੀਂ ਪਹੁੰਚਦੀ ਤਾਂ ਇਸ ਦੇ ਲਈ ਜੋ ਡਿਪਾਰਟਮੈਂਟ ਆ ਉਹ ਜ਼ਿੰਮੇਵਾਰ ਨਹੀਂ ਹੋਏਗਾ। ਐਪਲੀਕੇਸ਼ਨ ਸਬਮਿਟਡ ਥਰੂ ਆਨਲਾਈਨ ਫਰੋਮ does not imply that candidate has fulfilled the criteria given in the advertisement and application is subject to subsequent scrutiny and can be rejected, ਅਗਰ ਕਿਸੇ ਕੈਂਡੀਡੇਟਸ ਨੇ ਆਨਲਾਈਨ ਅਪਲਾਈ ਕਰ ਦਿੱਤਾ ਤਾਂ ਇਸ ਦਾ ਬਿਲਕੁਲ ਮਤਲਬ ਨਹੀਂ ਹੈ ਕਿ ਉਹ ਸਾਰੀਆਂ ਜੋ ਇਸ
ਇਹਨਾਂ ਪੋਸਟਾਂ ਦੇ ਲਈ ਜੋ ਯੋਗਤਾ ਹੈ ਉਸਨੂੰ ਪੂਰੀ ਕਰਦਾ ਹੈ, ਤਾਂ ਕਿਸੇ ਵੀ ਸਮੇਂ 'ਤੇ ਅਗਰ ਸਿਕਿਉਰਿਟੀ ਦੇ ਦੌਰਾਨ ਕੋਈ ਵੀ ਡਾਕੂਮੈਂਟਸ ਗਲਤ ਪਾਇਆ ਜਾਂਦਾ ਹੈ ਤਾਂ ਕਿਸੇ ਵੀ ਕੈਂਡੀਡੇਟ ਦੀ ਜੋ ਪਾਤਰਤਾ ਉਸਨੂੰ ਰੱਦ ਕੀਤਾ ਜਾ ਸਕਦਾ ਹੈ। ਇਫ ਕੈਂਡੀਡੇਟ ਡਜ਼ ਨਾਟ ਫੁਲਫਿਲ ਦ ਐਲੀਜੀਬਿਲਿਟੀ ਕ੍ਰਾਈਟੇਰੀਆ ਐਟ ਐਨੀ ਪੁਆਇੰਟ ਆਫ ਟਾਈਮ ਆਫ ਇੰਪੈਨਲਮੈਂਟ ਪ੍ਰੋਸੈਸ, ਇਸ ਇੰਪੈਨਲਮੈਂਟ ਪ੍ਰੋਸੈਸ ਦੇ ਦੌਰਾਨ ਅਗਰ ਕਿਸੇ ਵੀ ਸਮੇਂ ਇਹ ਮਹਿਸੂਸ ਹੁੰਦਾ ਹੈ ਕਿ ਕੈਂਡੀਡੇਟਸ ਜੋ ਪਾਤਰਤਾ ਜਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਪੂਰਾ ਨਹੀਂ ਕਰ ਰਿਹਾ ਤਾਂ ਉਸਦੀ ਜੋ ਸੀ ਪਾਤਰਤਾ ਰੱਦ ਕਰ ਦਿੱਤੀ ਜਾਏਗੀ। ਦ ਪੋਸਟ ਮੇ ਬੀ ਇਨਕਰੀਜ਼ਡ ਔਰ ਡਿਕਰੀਜ਼ਡ ਐਟ ਐਨੀ ਸਟੇਜ, ਇਹਨਾਂ ਪੋਸਟਾਂ ਦੀ ਗਿਣਤੀ ਕਿਸੇ ਵੀ ਸਮੇਂ ਘਟਾਈ ਔਰ ਵਧਾਈ ਜਾ ਸਕਦੀ ਹੈ। ਸਟੇਟ ਗਵਰਨਮੈਂਟ ਰਿਜ਼ਰਵਸ ਦਾ ਰਾਈਟ ਟੂ ਕੈਂਸਲ ਦਾ ਇੰਟਾਇਰ ਪ੍ਰੋਸੈਸ ਐਟ ਐਨੀ ਸਟੇਜ ਵਿਦਾਊਟ ਇਸ਼ੂਇੰਗ ਐਨੀ ਨੋਟਿਸ, ਇਸ ਤੋਂ ਬਿਨਾਂ ਜੋ ਸਟੇਟ ਗਵਰਨਮੈਂਟ ਹੈ, ਜੋ ਪੰਜਾਬ ਸਰਕਾਰ ਹੈ, ਉਸ ਕੋਲ ਪੂਰਾ ਅਧਿਕਾਰ ਹੈ ਕਿ ਉਹ ਕਿਸੇ ਵੀ ਸਮੇਂ ਇਸ ਭਰਤੀ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਰੱਦ ਕਰ ਸਕਦੀ ਹੈ। ਕੈਂਡੀਡੇਟਸ ਆਰ ਐਡਵਾਈਜ਼ਡ ਟੂ ਵਿਜ਼ਿਟ ਡਿਪਾਰਟਮੈਂਟਸ ਵੈਬਸਾਈਟ ਰੈਗੂਲਰਲੀ ਫॉर ਅਪਡੇਟਸ, ਕੈਂਡੀਡੇਟਸ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਹੋਰ ਕਿਸੇ ਕਿਸਮ ਦੀ ਜਾਣਕਾਰੀ ਦੇ ਲਈ ਜਾਂ ਇਹਨਾਂ ਪੋਸਟਾਂ ਸੰਬੰਧੀ ਐਪਲੀਕੇਸ਼ਨ ਲੈਣ ਦੇ ਲਈ ਜੋ ਵੈਬਸਾਈਟ ਪ੍ਰੋਵਾਈਡ ਕੀਤੀ ਗਈ ਹੈ ਉਸ ਨੂੰ ਲਗਾਤਾਰ ਵਿਜ਼ਿਟ ਕਰਦਾ ਰਹੇ। ਸੋ ਦੋਸਤੋ, ਉਮੀਦ ਹੈ ਕਿ ਤੁਸੀਂ ਬਿਨਾਂ ਲਾਸਟ ਤਰੀਕ ਨੂੰ ਉਡੀਕੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋਗੇ। ਸੋ ਜਲਦ ਤੋਂ ਜਲਦ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਔਰ ਪੰਜਾਬ ਵਿੱਚ ਵੱਖ-ਵੱਖ ਜੋ ਪੋਸਟਾਂ ਨਿਕਲਦੀਆਂ ਹਨ, ਵੱਖ-ਵੱਖ ਅਦਾਰਿਆਂ ਦੇ ਵਿੱਚ, ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ, ਉਹਨਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।